ਸਰਕਾਰਾਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਪਰ ਉਸ ਨੂੰ ਇੱਕ ਖੰਡਰ ਦਾ ਰੂਪ ਧਾਰਨ ਕੀਤਾ ਹੈ। ਤੁਹਾਨੂੰ ਵਿਖਾਉਂਦੇ ਆ ਉਸ ਹਿਲ ਦੇ ਦ੍ਰਿਸ਼ ਤਾਂ ਕਿ ਇਹ ਉਸ ਵੇਲੇ ਜਿਹੜੇ ਆ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਜੀ ਅਤੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਜਿਹੜਾ ਇੱਕ ਉਦਘਾਟਨ ਕੀਤਾ ਗਿਆ ਸੀ। ਉਹਦਾ ਤੁਹਾਨੂੰ ਨੀਂਹ ਪੱਥਰ ਦਿਖਾ ਰਹੇ ਕਿ ਵੇਖੋ ਨੀਂਹ ਪੱਥਰ ਜਿਹੜਾ ਇਸ ਵੇਲੇ ਜ਼ਮੀਨ ਦੇ ਵਿੱਚ ਥੱਲੇ ਦਬ ਚੁੱਕਾ ਆ। ਜੇ ਗੱਲ ਕਰੀਏ ਤਾਂ ਇਸ ਵੇਲੇ ਤੁਸੀਂ ਵੇਖ ਰਹੇ ਹੋ ਕਿ ਸਾਹਮਣੇ ਨਾ ਪੜ ਰਹੇ ਹੋ, ਤੁਹਾਨੂੰ ਦਿਖਾਉਣਗੇ ਸਾਡੇ ਕੈਮਰਾਮੈਨ ਬਿਲਕੁਲ ਕੋਲ ਆਣ ਕੇ ਕਿ ਦੇਖੋ ਇਹ ਉਸ ਦੇਖ ਰਹੇ ਹੋ ਕਿ ਸਬ ਡਿਵੀਜ਼ਨ ਜਿਹੜੀ ਤਹਿਸੀਲ ਕੰਪਲੈਕਸ ਦਾ ਜਿਹੜਾ ਉਦਘਾਟਨ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਸੀ ਸੁਖਬੀਰ ਸਿੰਘ ਬਾਦਲ ਵੱਲੋਂ ਰੱਖਿਆ ਗਿਆ ਸੀ। ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਵੇਖੋ ਜੀ ਬਿਕਰਮਜੀਤ ਸਿੰਘ ਮਜੀਠੀਆ ਪਹੁੰਚੇ ਨੇ ਅਤੇ ਕੈਪਟਨ ਮੰਤਰੀ ਨਾਲ ਹੀ ਅਤੇ ਡਾਕਟਰ ਰਤਨ ਸਿੰਘ ਜੀ ਅਜਨਾਲਾ ਸਾਬਕਾ ਮੈਂਬਰ ਲੋਕ ਸਭਾ ਅਜਨਾਲਾ ਤੋਂ ਪਹੁੰਚੇ, ਨਾਲ ਹੀ ਅੰਮ੍ਰਿਤਪਾਲ ਸਿੰਘ ਜੀ ਬੋਨੀ MLA ਅਜਨਾਲਾ। ਸਾਡੀ ਇਹੋ ਮੰਗ ਆ, ਤੁਸੀਂ ਵੇਖੋ ਕਿ ਇਹ ਕਿੰਨੇ ਪੈਸੇ ਲੱਗੇ ਨੇ। ਸਰਕਾਰ ਨੇ ਉਦੋਂ ਜਦੋਂ ਉਦਘਾਟਨ ਕੀਤਾ ਸੀ ਉਦੋਂ ਕਿਹਾ ਸੀ ਕਿ ਸਾਲ 2 ਸਾਲ ਦੇ ਵਿੱਚ ਜਿਹੜਾ ਆ ਕਿ ਜੁਡੀਸ਼ੀਅਲ ਕੰਪਲੈਕਸ ਨਾਲੋਂ ਵੀ ਪਹਿਲੋਂ ਬਣ ਕੇ ਜਿਹੜਾ ਇਹ ਤਿਆਰ ਹੋ ਜਾਏਗੀ। ਪਰ ਅੱਜ ਵੇਖੋ ਇੰਨੇ ਪੈਸੇ ਲਾਏ ਆ, ਚਾਰ ਚਵੇਰੇ ਤੁਸੀਂ ਵੇਖੋ ਕਿ ਇੱਕ ਕੰਪਲੈਕਸ ਨਾਲੋਂ ਇੱਕ ਜੰਗਲ ਜ਼ਿਆਦਾ ਲੱਗ ਰਿਹਾ ਜੀ। ਪਰ ਕਿੱਦਾਂ ਵੇਖਦੇ ਹੋ ਤੁਸੀਂ ਵੀ ਇਹ ਜਿਹੜੀ ਕੀ ਚੱਕਰ ਹੈ ਕਿ ਸਰਕਾਰਾਂ ਦੀ ਬਲੀ ਚੜੀ ਹੋਈ ਹੈ ਇਸ ਵੇਲੇ ਬਿਲਡਿੰਗ ਜਿਹੜੀ ਹੈ? ਜੇ ਗੱਲ ਕਰੀਏ ਤਾਂ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਉਦਘਾਟਨ ਕੀਤਾ ਜਾਂਦਾ ਤੇ ਪਰ ਕੈਪਟਨ ਸਰਕਾਰ ਜੀ ਆ ਜਾਂਦੀ ਹੈ ਤੇ ਅੱਜ ਤੱਕ ਜਿਹੜਾ ਖੰਡਰ ਬਣਦੀ ਪਈ ਹੈ। ਵੇਖੋ ਜੀ, ਹੋ ਸਕਦਾ ਹੈ ਕਿ ਸਰਕਾਰਾਂ ਦੀ ਬਲੀ ਹੋਵੇ ਕਿਉਂਕਿ ਸਾਨੂੰ ਤਾਂ ਇਹੋ ਹੀ ਹੈ ਕਿ ਜਦੋਂ ਕੰਪਲੀਟ ਹੋ ਕੇ ਲੋਕਾਂ ਨੂੰ ਦਿੱਤੀ ਜਾਵੇ, ਕਿਉਂਕਿ ਲੋਕੀ ਇਸ ਬਿਲਡਿੰਗ ਦਾ ਜਾਂ ਫੈਸਿਲਿਟੀਆਂ ਜਿਹੜੀਆਂ ਉਹਨਾਂ ਦਾ ਆਨੰਦ ਮਾਣ ਸਕਣ। ਤੁਹਾਡੇ ਨਾਲ ਹੀ ਜੁਡੀਸ਼ੀਅਲ ਕੰਪਲੈਕਸ ਹੈ ਜੀ, ਵੇਖ ਸਕਦੇ ਜੇ ਕਿੰਨਾ ਵਧੀਆ ਬਣਿਆ ਵਾ। ਉਹ ਵੀ ਉਸ ਟਾਈਮ ਸੁਖਬੀਰ ਸਿੰਘ ਬਾਦਲ ਜੀ ਨੇ ਉਦਘਾਟਨ ਕੀਤਾ ਸੀ, ਇਹ ਪਰ ਪਹਿਲਾਂ ਹੋਣ ਕਰਕੇ ਪਹਿਲਾਂ ਕੰਪਲੀਟ ਹੋ ਗਿਆ ਜੀ। ਪਰ ਇਹ ਤਹਿਸੀਲ ਕੰਪਲੈਕਸ ਜਿਹੜਾ ਸੀ ਥੋੜਾ ਲੇਟ ਹੋਣ, ਉਦਘਾਟਨ 2016 'ਚ ਹੋਣ ਕਰਕੇ 2-3 ਸਾਲ ਦਾ ਸਮਾਂ ਤਾਂ ਚਾਹੀਦਾ ਸੀ। ਜੇ 3 ਸਾਲ ਵੀ ਸਮਾਂ ਹੁੰਦਾ ਹੋ ਸਕਦਾ ਕਿ ਲੋਕਾਂ ਨੂੰ ਸਪੁਰਦ ਕੀਤਾ ਜਾਂਦਾ ਜੀ ਹੁਣ ਤੱਕ। ਸਾਡੇ ਵਕੀਲ ਸਮਾਨ ਇਸੇ ਚੱਕਰਾਂ 'ਚ ਹੀ ਰਹਿੰਦੇ, ਕਦੀ ਉੱਧਰ ਕਦੀ ਇੱਧਰ। ਸਾਡੀ ਮੰਗ ਹੈ ਕਿ ਇਹ ਜਲਦੀ ਤੋਂ ਜਲਦੀ ਜਿਹੜੀ ਆ ਬਣੀ ਤੇ ਹੈਗੀ ਆ ਜੀ। ਸਾਨੂੰ ਪਤਾ ਨਹੀਂ ਕਿ ਸਰਕਾਰ ਲੈਵਲ ਤੇ ਕੀ ਮੁਸ਼ਕਲ ਆ। ਕਦੀ ਕੋਈ ਕਹਿੰਦਾ ਜੀ ਇਹ ਕੋਈ ਜਿੰਨੀ ਲਾਗਤ ਸੀ ਉਹਦੇ ਨਾਲੋਂ ਜ਼ਿਆਦਾ ਖਰਚ ਹੋ ਗਿਆ, ਕੋਈ ਪ੍ਰੋਬਲਮ ਹੈ। ਪਰ ਜਿਹੜੀ ਵੀ ਹੈ ਸਰਕਾਰਾਂ ਲਈ ਕਿਹੜੀ ਮੁਸ਼ਕਲ ਹੁੰਦੀ ਹੈ ਜੀ। ਜਲਦੀ ਤੋਂ ਜਲਦੀ ਇਹ ਖੰਡਰ ਬੰਦ ਤੋਂ ਪਹਿਲੋਂ ਜਿਹੜਾ ਆ ਸਾਨੂੰ ਤੋਹਫਾ ਦਿੱਤਾ ਜਾਵੇ, ਕਿਉਂਕਿ ਸਾਡੀ ਵਕੀਲ ਭਾਈਚਾਰੇ ਦੀ ਬੜੇ ਚਿਰਾਂ ਦੀ ਮੰਗ ਹੈ ਜੀ। ਸਤਿ ਸ਼੍ਰੀ ਅਕਾਲ, ਪ੍ਰਾਈਮੋ ਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜਗਜੀਤ ਸਿੰਘ। ਦਰਸ਼ਕੋ, ਅੱਜ ਤੁਹਾਨੂੰ ਲੈ ਕੇ ਆਏ ਸਰਹੱਦੀ ਤਹਿਸੀਲ ਅਜਨਾਲਾ ਵਿੱਚ। ਗੱਲ ਕਰੀਏ ਤੇ ਅੱਜ ਉਸ ਸਥਾਨ ਤੇ ਲੈ ਕੇ ਆਏ ਹਾਂ ਜੋ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਅਤੇ ਬਿਕਰਮਜੀਤ ਸਿੰਘ ਮਜੀਠੀਆ ਜੀ ਵੱਲੋਂ ਇੱਕ ਤਹਿਸੀਲ ਕੰਪਲੈਕਸ ਦਾ ਜਿਹੜਾ ਉਦਘਾਟਨ ਕੀਤਾ ਗਿਆ ਸੀ। ਗੱਲ ਕਰਾਂਗੇ, ਤੁਹਾਨੂੰ ਵਿਖਾ ਰਹੇ ਹਾਂ ਕਿ ਇਹ ਉਹ ਉਦਘਾਟਨ ਸਮਾਰੋਹ ਤੋਂ ਬਾਅਦ ਜਿਹੜਾ ਇਹ ਬਿਲਡਿੰਗ ਤਿਆਰ ਹੋ ਗਈ ਆ। ਪਰ ਅੱਜ ਵੀ ਜਿਹੜੀ ਆ ਇੱਕ ਤਿਆਰ ਹੋਣ ਤੋਂ ਬਾਅਦ ਖੰਡਰ ਦਾ ਰੂਪ ਧਾਰਨ ਕਰਦੀ ਪਈ ਆ। ਤੁਹਾਨੂੰ ਦਿਖਾ ਰਹੇ ਹਾਂ ਕਿ ਇੱਥੇ ਜਿਹੜੀ ਲੱਗ ਤੁਸੀਂ ਮਸ਼ੀਨਰੀ ਵੇਖ ਲਿਓ ਕਿ ਜਿਹੜੀ ਤਿਆਰ ਕਰਨ ਲਈ ਆਈ ਸੀ ਸਾਰੀ ਇੱਥੇ ਜਾਨੀ ਕਿ ਗਲ ਕੇ ਤੇ ਇੱਕ ਕਵਾੜ ਬਣ ਕੇ ਰਹਿ ਗਈ ਆ। ਕਿਉਂਕਿ ਜੋ ਹੀ ਸਰਕਾਰ ਚੇਂਜ ਹੋਈ ਆ, ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਆ, ਤੋਂ ਹੀ ਇਹ ਜਿਹੜਾ ਸਾਰਾ ਪ੍ਰੋਜੈਕਟ ਬੰਦ ਦਾ ਬੰਦ ਇੱਕ ਲਿਫਾਫੇ 'ਚ ਪਾ ਕੇ ਰਹਿ ਗਿਆ ਹੋਇਆ ਵਾ। ਤੁਸੀਂ ਵੇਖ ਰਹੇ ਹੋ ਲਗਾਤਾਰ ਤੁਹਾਨੂੰ ਵਿਖਾ ਰਹੇ ਹਾਂ ਅਸੀਂ, ਤੁਹਾਨੂੰ ਬਿਲਡਿੰਗ ਦੇ ਸਾਰੇ ਦ੍ਰਿਸ਼ ਵਿਖਾ ਰਹੇ ਹਾਂ ਕਿ ਇਹ ਉਹ ਬਿਲਡਿੰਗ ਆ ਜਿਹੜੀ ਕਿ ਅੱਜ ਉਹ ਕਰੋੜਾਂ ਰੁਪਈਆਂ ਦੀ ਜਿਹੜੀ ਬਿਲਡਿੰਗ ਆ, ਜਿਹੜੀ ਇੱਕ ਸਰਕਾਰੀ ਖਾਤੇ 'ਚ ਬਣੀ ਹੋਈ ਬਿਲਡਿੰਗ ਆ, ਇੱਕ ਤਹਿਸੀਲ ਕੰਪਲੈਕਸ ਅਜਨਾਲੇ ਦਾ, ਜੋ ਕਿ ਇੱਕ ਖੰਡਰ ਦਾ ਰੂਪ ਧਾਰਨ ਕਰਦਾ ਪਿਆ ਹੈ। ਉਹ ਆਲੀਸ਼ਾਨ ਬਿਲਡਿੰਗ ਜਿਹੜੀ ਅੱਜ ਖੰਡਰ ਦਾ ਰੂਪ ਧਾਰਨ ਕਰਦੀ ਪਈ ਹੈ। ਤੁਹਾਨੂੰ ਵਿਖਾ ਰਹੇ ਹਾਂ ਕਿ ਇੱਥੇ ਜਿਹੜੇ ਵਕੀਲ ਸਾਹਿਬਾਨ ਅਜਨਾਲਾ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਉਹਨਾਂ ਵੱਲੋਂ ਅੱਜ ਸਾਂਝੇ ਤੌਰ ਤੇ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਕਿ ਜਿਹੜੀ ਸਾਡੀ ਵਰਤੋਂ ਵਾਲੀ ਚੀਜ਼ ਹੋਈ ਆ, ਲੋਕਾਂ ਆਮ ਜਨਤਾ ਦੇ ਸਹੂਲਤਾਂ ਵਾਸਤੇ ਚੀਜ਼ ਬਣੀ ਪਈ ਆ, ਅੱਜ ਇੱਕ ਖੰਡਰ ਦਾ ਰੂਪ ਧਾਰਨ ਕਰਦੀ ਪਈ ਆ। ਅਰਬਾਂ ਰੁਪਈਆਂ ਦੀ ਜਿਹੜੀ ਪ੍ਰਾਪਰਟੀ ਆ ਅੱਜ ਸਰਕਾਰ ਦੀ, ਉਹ ਇੱਕ ਖੰਡਰ ਦਾ ਰੂਪ ਧਾਰਨ ਕਰਦੀ ਪਈ ਆ। ਉਸ ਦੇ ਵਿਰੋਧ ਵਿੱਚ ਹੀ ਅੱਜ ਸਾਰੇ ਵਕੀਲ ਸਾਹਿਬਾਨ ਇੱਥੇ ਇਕੱਠੇ ਹੋਏ ਨੇ ਤੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਸਰਕਾਰ ਵੱਲੋਂ। ਕੀ ਮੰਗ ਆ, ਅਸੀਂ ਉਹਨਾਂ ਨਾਲ ਗੱਲ ਕਰਾਂਗੇ ਅੱਜ। ਹਾਂਜੀ ਪ੍ਰਧਾਨ ਜੀ, ਕੀ ਮੰਗ ਹੈ ਤੁਹਾਡੇ ਵੱਲੋਂ ਅੱਜ ਜਿਹੜੀ ਇਹ ਬਿਲਡਿੰਗ ਦੇ ਵਿੱਚ ਅਸੀਂ ਆਏ ਹਾਂ ਜੀ? ਵੱਲੋਂ ਤਾਂ ਸਭ ਤੋਂ ਤੁਹਾਡਾ ਧੰਨਵਾਦ, ਤੁਸੀਂ ਜਿਹੜਾ ਸਾਡੀ ਇਹ ਦੁੱਖ ਦੀ ਰੱਗ ਆ ਉਹਨੂੰ ਫੜਿਆ ਹੈ। ਇਹ ਜਿਹੜੀ ਜਗ੍ਹਾ ਆ ਇੱਧਰਲੀ ਤੇ ਉਹ ਅਦਾਲਤੀ ਕੰਪਲੈਕਸ ਦੀ ਇਕੱਠੀ ਐਕਵਾਇਰ ਕੀਤੀ ਗਈ ਸੀ, ਕੋਈ ਨੋਟੀਫਿਕੇਸ਼ਨ ਐਕਵਾਇਰ ਹੋਈ ਸੀ। ਤੁਸੀਂ ਵੇਖ ਲਓ, ਉੱਧਰ ਵੀ ਆਉਂਦੇ ਰਹਿੰਦੇ ਜੇ ਤੁਸੀਂ, ਕਿ ਉਹ ਕੰਪਲੈਕਸ ਬਣਿਆ ਨੂੰ ਅੱਜ 3-4-5 ਸਾਲ ਹੋ ਗਏ ਆ ਤੇ ਇਹ ਅਜੇ ਉੱਥੇ ਦਾ ਉੱਥੇ ਹੀ ਆ। ਸਾਡੀ ਇਹੋ ਮੰਗ ਆ, ਤੁਸੀਂ ਵੇਖੋ ਕਿ ਇਹ ਕਿੰਨੇ ਪੈਸੇ ਲੱਗੇ ਨੇ। ਸਰਕਾਰ ਨੇ ਉਦੋਂ ਜਦੋਂ ਉਦਘਾਟਨ ਕੀਤਾ ਸੀ ਉਦੋਂ ਕਿਹਾ ਸੀ ਕਿ ਸਾਲ 2 ਸਾਲ ਦੇ ਵਿੱਚ ਜਿਹੜਾ ਆ
ਕਿ ਜੁਡੀਸ਼ੀਅਲ ਕੰਪਲੈਕਸ ਨਾਲੋਂ ਵੀ ਪਹਿਲੋਂ ਬਣ ਕੇ ਜਿਹੜਾ ਇਹ ਤਿਆਰ ਹੋ ਜਾਏਗੀ। ਪਰ ਅੱਜ ਵੇਖੋ ਇੰਨੇ ਪੈਸੇ ਲਾਏ ਆ, ਚਾਰ ਚਵੇਰੇ ਤੁਸੀਂ ਵੇਖੋ ਕਿ ਇੱਕ ਕੰਪਲੈਕਸ ਨਾਲੋਂ ਇੱਕ ਜੰਗਲ ਜ਼ਿਆਦਾ ਲੱਗ ਰਿਹਾ ਜੀ। ਕੀ ਕਾਰਨ ਲੱਗਦਾ ਤੁਹਾਨੂੰ ਸਰ, ਜੇ ਗੱਲ ਕਰੀਏ ਤੇ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਤੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਉਦਘਾਟਨ ਕੀਤਾ ਗਿਆ ਇਸ ਜਗ੍ਹਾ ਦਾ, ਪਰ ਅੱਜ ਉਹ ਉਦਘਾਟਨ ਸਮਾਰੋਹ ਵੀ ਜਿਹੜਾ ਥੱਲੇ ਨੱਪਿਆ ਗਿਆ ਵਾ, ਛਿੱਲ ਵੀ ਜਿਹੜੀ ਨੱਪੀ ਗਈ ਆ, ਉਹਦੀ ਕੋਈ ਦੇਖ ਰੇਖ ਹੀ ਨਹੀਂ ਹੋ ਰਹੀ। ਅੱਜ ਗੱਲ ਕਰੀਏ ਤੇ ਸਰਕਾਰਾਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ, 85% ਦਾ ਵਾਅਦਾ ਵੀ ਕੀਤਾ ਗਿਆ ਸਰਕਾਰ ਵੱਲੋਂ ਵੀ ਮੇਰੇ ਕੰਮ ਜਿਹੜੇ ਪੂਰਨ ਹੋ ਗਏ ਆ, ਪਰ ਇਹ ਜਿਹੜੇ ਕੰਮ ਅੱਜ ਵੀ ਖੜੇ ਆ। ਇਹ ਸਰਕਾਰ ਨੂੰ ਚਾਹੀਦਾ ਇਹਦੇ ਵੱਲ ਧਿਆਨ ਦੇਵੇ। ਸਾਡੀ ਵਕੀਲ ਭਾਈਚਾਰੇ ਦੀ ਬੜੇ ਚਿਰ ਦੀ ਮੰਗ ਹੈ। ਅਸੀਂ ਸਮੇਂ-ਸਮੇਂ ਤੇ ਜਿਹੜੇ ਸਾਡੇ ਮਾਣਯੋਗ ਜਿਹੜੇ ਇੰਸਪੈਕਟਿੰਗ ਜੱਜ, ਸੈਸ਼ਨ ਜੱਜ ਸਾਹਿਬ, ਐਸਡੀਐਮ ਸਾਹਿਬ ਨੂੰ ਵੀ ਡੀਸੀ ਇੱਥੇ ਇੰਸਪੈਕਟਿੰਗ ਜੱਜ ਸਾਹਿਬਾਨ ਆਏ ਸੀ, ਅਸੀਂ ਉਹਨਾਂ ਦੇ ਧਿਆਨ 'ਚ ਲਿਆਇਆ ਸੀ ਕਿ ਸਾਡੀ ਵਕੀਲ ਭਾਈਚਾਰੇ ਦੀ ਬੜੇ ਚਿਰ ਦੀ ਮੰਗ ਆ, ਕਿਉਂਕਿ ਜਿੱਥੇ ਕੋਰਟ ਹੈ ਤਹਿਸੀਲ ਵੀ ਉੱਥੇ ਹੋਣੀ ਚਾਹੀਦੀ ਹੈ। ਸਾਡੇ ਵਕੀਲ ਸਾਹਿਬਾਨ ਨੂੰ ਪਹਿਲੋਂ ਇੱਥੇ ਜਾਂਦੇ ਆ ਕੋਰਟ 'ਚ, ਫਿਰ ਇੱਧਰੋਂ ਕਾਹਲੀ ਹੁੰਦੀ ਆ ਕਿ ਉੱਧਰ ਜਾਇਆ ਜਾਵੇ, ਉੱਧਰੋਂ ਫਿਰ ਅਪੀਅਰ ਹੋ ਕੇ ਇੱਧਰ ਆਉਂਦੇ ਆ। ਸਾਡੀ ਇਹੋ ਮੰਗ ਹੈ ਕਿ ਜਲਦੀ ਤੋਂ ਜਲਦੀ, ਜੇ ਇਹ ਨਾ ਹੋਵੇ ਕਿ ਜਿਹਨੂੰ ਸਰਕਾਰ ਦਾ ਧਿਆਨ ਆਵੇ ਬਿਲਕੁਲ ਹੀ ਖੰਡਰ ਹੋ ਜੇ, ਕਿ ਜਲਦੀ ਤੋਂ ਜਲਦੀ ਜਿਹੜਾ ਫੈਸਲਾ ਲੈਣਾ ਚਾਹੀਦਾ ਹੈ। ਸਾਡੀ ਵਕੀਲ ਭਾਈਚਾਰੇ ਤੇ ਲੋਕਾਂ ਦੀ ਵੀ ਮੰਗ ਹੈ ਜੀ। ਵੇਖੋ ਜਦੋਂ ਲੋਕ ਇੱਥੇ ਕੰਮ ਆਉਂਦੇ ਆ, ਹਰ ਸਰਕਾਰ ਆਈ ਉਹਦਾ ਨਾਅਰਾ ਹੁੰਦਾ ਕਿ ਇੱਕ ਛੱਤ ਥੱਲੇ ਸਹੂਲਤ ਮਿਲਣੀ। ਹੁਣ ਅੰਮ੍ਰਿਤਸਰ ਵੇਖੋ ਐਡਮਿਨਿਸਟ੍ਰੇਟਿਵ ਬਲਾਕ ਜਿਹੜਾ ਆ ਉਹਨਾਂ ਕੱਲ੍ਹ ਉਦਘਾਟਨ ਹੋਇਆ, ਉਹਦਾ ਕੀ ਮਤਲਬ ਹੈ? ਮਤਲਬ ਕਿ ਦੂਰੋਂ ਪਿੰਡਾਂ 'ਚ ਆਉਂਦਾ ਆ, ਉਹ ਇੱਕੋ ਥਾਂ ਆਵੇ ਤੇ ਇੱਕੋ ਛੱਤ ਦੇ ਥੱਲੇ ਸਾਰੇ ਕੰਮ ਹੋਣ। ਪਰ ਸਾਨੂੰ ਇੱਥੇ ਬੜੀ ਮੁਸ਼ਕਿਲ ਆ ਰਹੀ ਜੀ। ਸਵੇਰੇ ਇੱਧਰ ਆਈਦਾ ਆ, ਇੱਧਰੋਂ ਅਪੀਅਰ ਹੋ ਕੇ ਕੋਈ ਕੰਮ ਹੁੰਦਾ, ਕੋਰਟਸ ਲੱਗਦੀ ਐ ਐਸਡੀਐਮ ਤਹਿਸੀਲਦਾਰ ਸਾਹਿਬ ਦੀ, ਉੱਧਰ ਜਾਣਾ ਪੈਂਦਾ ਆ, ਉੱਧਰੋਂ ਫਿਰ ਇੱਧਰ ਆਵਾਜ਼ ਪੈਂਦੀ ਆ। ਸਾਡੇ ਵਕੀਲ ਸਮਾਨ ਇਸੇ ਚੱਕਰਾਂ 'ਚ ਹੀ ਰਹਿੰਦੇ, ਕਦੀ ਉੱਧਰ ਕਦੀ ਇੱਧਰ। ਸਾਡੀ ਮੰਗ ਹੈ ਕਿ ਇਹ ਜਲਦੀ ਤੋਂ ਜਲਦੀ ਜਿਹੜੀ ਆ ਬਣੀ ਤੇ ਹੈਗੀ ਆ ਜੀ। ਸਾਨੂੰ ਪਤਾ ਨਹੀਂ ਕਿ ਸਰਕਾਰ ਲੈਵਲ ਤੇ ਕੀ ਮੁਸ਼ਕਿਲ ਆ। ਕਦੀ ਕੋਈ ਕਹਿੰਦਾ ਜੀ ਇਹ ਕੋਈ ਜਿੰਨੀ ਲਾਗਤ ਸੀ ਉਹਦੇ ਨਾਲੋਂ ਜ਼ਿਆਦਾ ਖਰਚ ਹੋ ਗਿਆ, ਕੋਈ ਪ੍ਰੋਬਲਮ ਹੈ। ਪਰ ਜਿਹੜੀ ਵੀ ਹੈ ਸਰਕਾਰਾਂ ਲਈ ਕਿਹੜੀ ਮੁਸ਼ਕਿਲ ਹੁੰਦੀ ਹੈ ਜੀ। ਜਲਦੀ ਤੋਂ ਜਲਦੀ ਇਹ ਖੰਡਰ ਬੰਦ ਤੋਂ ਪਹਿਲੋਂ ਜਿਹੜਾ ਆ ਸਾਨੂੰ ਤੋਹਫਾ ਦਿੱਤਾ ਜਾਵੇ, ਕਿਉਂਕਿ ਸਾਡੀ ਵਕੀਲ ਭਾਈਚਾਰੇ ਦੀ ਬੜੇ ਚਿਰਾਂ ਦੀ ਮੰਗ ਹੈ ਜੀ। ਤੁਸੀਂ ਵੀ ਵਾਈਸ ਪ੍ਰਧਾਨ ਹੋ, ਕਿੱਦਾਂ ਵੇਖ ਰਹੇ ਹੋ ਇਸ ਚੀਜ਼ ਨੂੰ ਕਿ ਅੱਜ ਜਿਹੜੀ ਇਹ ਕਰੋੜਾਂ ਰੁਪਏ ਦੀ ਬਣੀ ਹੋਈ ਬਿਲਡਿੰਗ ਆ ਖੰਡਰ ਦਾ ਰੂਪ ਧਾਰਨ ਕਰਦੀ ਪਈ ਹੈ? ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸਹੂਲਤਾਂ ਦੇਣਾ ਹੁੰਦਾ ਹੈ, ਔਰ ਇਹ ਬਿਲਡਿੰਗ ਜਿਹੜੀ ਆ ਉਹ ਵੀ ਇਸੇ ਮੋਟਿਵ ਲਈ ਬਣਾਈ ਗਈ ਸੀ ਕਿ ਜਿਹੜੇ ਆ ਇਸ ਹਲਕੇ ਅਜਨਾਲੇ ਦੇ ਲੋਕ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ। ਹੁਣ ਅਸੀਂ ਦੇਖ ਰਹੇ ਹਾਂ ਕਿ ਬਿਲਡਿੰਗ ਆਲਮੋਸਟ ਕੰਪਲੀਟ ਹੈ। ਕੋਈ 10-20 ਲੱਖ ਦਾ ਫਰਨੀਚਰ ਦਾ ਕੰਮ ਜਿਹੜਾ ਹੈ ਉਹ ਹੀ ਸਰਕਾਰ ਜਿਹੜੀ ਹੈ ਪਿਛਲੇ 5 ਸਾਲਾਂ ਤੋਂ ਇਹ ਜਿਹੜਾ ਹੈ 10-20 ਲੱਖ ਦਾ ਕੰਮ ਹੀ ਨਹੀਂ ਕਰਵਾ ਪਾਈ। ਔਰ ਅਸੀਂ ਉਹ ਲਗਾਤਾਰ ਦੇਖ ਰਹੇ ਹਾਂ ਕਿ ਅਸੀਂ ਸੁਵਿਧਾ ਸੈਂਟਰਾਂ ਦੇ ਲੋਕ ਜਿਹੜੇ ਨੇ ਉਹ ਮਹਿੰਗੀ ਤੋਂ ਮਹਿੰਗੀ ਫੀਸ ਭਰ ਕੇ ਜਿਹੜੀ, ਪਰ ਸਰਕਾਰ ਉਹਨਾਂ ਦੀ ਸਹੂਲਤਾਂ ਲਈ ਇਹੋ ਜਿਹੀਆਂ ਬਿਲਡਿੰਗਾਂ ਤੇ ਜਿਹੜਾ 10-20 ਲੱਖ ਰੁਪਏ ਦਾ ਖਰਚਾ ਲਾ ਕੇ ਉਹਨਾਂ ਨੂੰ ਚੰਗੇ ਮਾਹੌਲ ਦੇ ਵਿੱਚ ਜਿਹੜੀਆਂ ਸਹੂਲਤਾਂ ਦੇਣ ਤੋਂ ਜਿਹੜੀ ਆ ਉਹ ਚੁੱਪਧਾਰੀ ਬੈਠੀ ਹੋਈ ਹੈ। ਪੰਜਾਬ ਦੇ ਵਿੱਚ ਤਾਂ ਇਹ ਜਿਹੜੀ ਹੈ ਇੱਕ ਪ੍ਰੈਕਟਿਸ ਹੋ ਚੁੱਕੀ ਹੈ ਕਿ ਜਿਹੜੀ ਆ ਇੱਕ ਸਰਕਾਰ ਜਿਹੜੀ ਆ ਉਹ ਨੀਂਹ ਪੱਥਰ ਰੱਖਦੀ ਹੈ, ਦੂਜੀ ਉਹਦਾ ਕੰਮ ਨਹੀਂ ਕਰਵਾਉਂਦੀ। ਪਰ ਅਸਲ ਦੇ ਵਿੱਚ ਸਫਰਰ ਜਿਹੜੇ ਨੇ ਉਸ ਹਲਕੇ ਦੇ ਉਸ ਇਲਾਕੇ ਦੇ ਲੋਕ ਹੁੰਦੇ ਨੇ। ਔਰ ਮੈਂ ਤਾਂ ਇਹੀ ਸਰਕਾਰ ਨੂੰ ਅਪੀਲ ਕਰਾਂਗਾ, ਪਾਰਟੀਆਂ ਨੂੰ ਵੀ ਅਪੀਲ ਕਰਾਂਗਾ ਕਿ ਇਹੋ ਜਿਹੀ ਜਿਹੜੀ ਆ ਮਜੀਠੀਆ ਸਿਆ ਵੱਲੋਂ ਇੱਕ ਉਦਘਾਟਨ ਨੀਂਹ ਪੱਥਰ ਰੱਖਿਆ ਗਿਆ ਸੀ। ਅੱਜ ਉਹ ਕਿਸ ਉਹਦੀ ਕੀ ਬਣੀ ਹੋਈ ਹੈ ਹਾਲਾਤ, ਅਤੇ ਉਹ ਕਿਹੜੇ ਤੁਸੀਂ ਵੇਖ ਰਹੇ ਹੋਗੇ ਕਿ ਕਿਹੜੇ ਉਹ ਰਾਹਾਂ ਦੇ ਉੱਤੇ ਬੈਠਾ ਹੋਇਆ ਵਾ, ਜਿਹੜੇ ਰਾਹਾਂ ਤੇ ਤੁਸੀਂ ਸਰਕਾਰਾਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਪਰ ਉਸ ਨੂੰ ਇੱਕ ਖੰਡਰ ਦਾ ਰੂਪ ਧਾਰਨ ਕੀਤਾ ਹੋਇਆ। ਤੁਹਾਨੂੰ ਵਿਖਾਉਂਦੇ ਆ ਉਸ ਹਿਲ ਦੇ ਦ੍ਰਿਸ਼, ਤਾਂ ਕਿ ਇਹ ਉਸ ਵੇਲੇ ਜਿਹੜੇ ਆ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਜੀ ਅਤੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਜਿਹੜਾ ਇੱਕ ਉਦਘਾਟਨ ਕੀਤਾ ਗਿਆ ਸੀ, ਉਹਦਾ ਤੁਹਾਨੂੰ ਨੀਂਹ ਪੱਥਰ ਦਿਖਾ ਰਹੇ ਕਿ ਵੇਖੋ ਨੀਂਹ ਪੱਥਰ ਜਿਹੜਾ ਇਸ ਵੇਲੇ ਜ਼ਮੀਨ ਦੇ ਵਿੱਚ ਥੱਲੇ ਦਬ ਚੁੱਕਾ ਆ। ਜੇ ਗੱਲ ਕਰੀਏ ਤੇ ਇਸ ਵੇਲੇ ਤੁਸੀਂ ਵੇਖ ਰਹੇ ਹੋ ਕਿ ਸਾਹਮਣੇ ਨਾ ਪੜ ਰਹੇ ਹੋ, ਤੁਹਾਨੂੰ ਦਿਖਾਉਣਗੇ ਸਾਡੇ ਕੈਮਰਾਮੈਨ ਬਿਲਕੁਲ ਕੋਲ ਆਣ ਕੇ ਕਿ ਦੇਖੋ ਇਹ ਉਸ ਦੇਖ ਰਹੇ ਹੋ ਕਿ ਸਬ ਡਿਵੀਜ਼ਨ ਜਿਹੜੀ ਤਹਿਸੀਲ ਕੰਪਲੈਕਸ ਦਾ ਜਿਹੜਾ ਉਦਘਾਟਨ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਸੀ ਸੁਖਬੀਰ ਸਿੰਘ ਬਾਦਲ ਵੱਲੋਂ ਰੱਖਿਆ ਗਿਆ ਸੀ। ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਵੇਖੋ ਜੀ ਬਿਕਰਮਜੀਤ ਸਿੰਘ ਮਜੀਠੀਆ ਪਹੁੰਚੇ ਨੇ ਤੇ ਕੈਪਟਨ ਮੰਤਰੀ ਨਾਲ ਹੀ, ਤੇ ਡਾਕਟਰ ਰਤਨ ਸਿੰਘ ਜੀ ਅਜਨਾਲਾ ਸਾਬਕਾ ਮੈਂਬਰ ਲੋਕ ਸਭਾ ਅਜਨਾਲਾ ਤੋਂ ਪਹੁੰਚੇ, ਨਾਲ ਹੀ ਅੰਮ੍ਰਿਤਪਾਲ ਸਿੰਘ ਜੀ ਬੋਨੀ ਐਮਐਲਏ ਅਜਨਾਲਾ ਸੰਸਦੀ ਸਕੱਤਰ ਵੀ ਸੀਗੇ ਜਿਹੜੇ ਉਸ ਵੇਲੇ ਦੇ ਪਹੁੰਚੇ ਸੀ। ਜੇ ਗੱਲ ਕਰੀਏ ਤੇ 8/4/2016 ਨੂੰ ਇਸ ਚੀਜ਼ ਦਾ ਉਦਘਾਟਨ ਕੀਤਾ ਗਿਆ ਵਾ। 8/4/2016 ਨੂੰ ਉਦਘਾਟਨ ਕਰਨ ਤੋਂ ਬਾਅਦ ਅੱਜ ਦੇ ਦਿਨ ਤੱਕ ਵੀ ਇਹ ਜਿਹੜੀ ਉੱਦਾਂ ਦੀ ਉੱਦਾਂ ਖੰਡਰ 'ਚ ਬਣੀ ਪਈ ਆ। ਸਾਡੇ ਨਾਲ ਵੀਰ ਜੀ ਮੌਜੂਦ ਨੇ। ਹਾਂਜੀ ਵੀਰ ਜੀ, ਕਿੱਦਾਂ ਵੇਖ ਰਹੇ ਹੋ ਤੁਸੀਂ 8 ਤਰੀਕ ਨੂੰ ਜੋ 2016 ਦੇ ਵਿੱਚ ਉਦਘਾਟਨ ਕੀਤਾ ਗਿਆ ਪਰ ਅੱਜ ਵੀ ਜਿਹੜੀ ਇਹ ਤਹਿਸੀਲ ਕੰਪਲੈਕਸ ਆ ਇੱਕ ਖੰਡਰ ਦਾ ਰੂਪ ਧਾਰਨ ਕਰਦੀ ਪਈ ਹੈ? ਵੇਖੋ ਜੀ, ਉਸ ਸਮੇਂ ਦੇ ਡਿਪਟੀ ਸੀਐਮ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅਤੇ ਮਾਲ ਮੰਤਰੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਜੀ ਤੇ ਅਜਨਾਲਾ ਹਲਕਾ ਦੇ ਐਮਐਲਏ ਅੰਮ੍ਰਿਤਪਾਲ ਸਿੰਘ ਬੋਨੀ ਜੀ ਅਤੇ ਲੋਪੋਗੇ ਹਲਕੇ ਦੇ ਐਮਐਲਏ ਐਕਸ ਐਮਐਲਏ ਸਰਦਾਰ ਵੀਰ ਸਿੰਘ ਲੋਪੋਗੇ ਜੀ ਵੱਲੋਂ ਇਸ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ ਸੀ। ਪਰ ਉਸ ਸਮੇਂ ਥੋੜ੍ਹਾ ਸਮਾਂ ਰਹਿੰਦਾ ਹੋਣ ਕਰਕੇ ਇੰਨੀ ਜਲਦੀ ਵਿੱਚ ਜਾਂ 2 ਸਾਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜੀ ਇਹ ਬਿਲਡਿੰਗ ਕੰਪਲੀਟ ਕੀਤੀ ਗਈ ਹੈ ਜਿਹੜੀ ਤੁਹਾਡੇ ਸਾਹਮਣੇ ਹੀ ਹੈ ਜੀ। ਉਸ ਤੋਂ ਬਾਅਦ ਜਿਹੜੀ ਇਹਦੀ ਫਾਈਨਲ ਟੱਚਿੰਗ ਰਹਿ ਗਈ ਸੀ, ਉਸ ਤੋਂ ਬਾਅਦ ਇਹ ਹੋਇਆ ਕਿ ਸਰਕਾਰ ਦੀ ਬਦਲੀ ਹੋ ਗਈ ਜੀ। 2017 ਦੇ ਵਿੱਚ ਕਾਂਗਰਸ ਸਰਕਾਰ ਆ ਗਈ ਜਿਹਦੇ ਕਰਕੇ ਇਹ ਬਿਲਡਿੰਗ ਉੱਥੇ ਦੀ ਉੱਥੇ ਹੀ ਖੜੀ ਹੈ, ਜਿਹਦਾ ਕਿ ਅਜੇ ਤੱਕ ਵੀ ਉਦਘਾਟਨ ਨਹੀਂ ਹੋ ਸਕਿਆ, ਨਾ ਹੀ ਲੋਕਾਂ ਨੂੰ ਸਪੁਰਦ ਕੀਤੀ ਗਈ ਹੈ ਜੀ। ਪਰ ਕਿੱਦਾਂ ਵੇਖਦੇ ਹੋ ਤੁਸੀਂ ਵੀ ਇਹ ਜਿਹੜੀ ਕੀ ਚੱਕਰ ਹੈ ਕਿ ਸਰਕਾਰਾਂ ਦੀ ਬਲੀ ਚੜੀ ਹੋਈ ਹੈ ਇਸ ਵੇਲੇ ਬਿਲਡਿੰਗ ਜਿਹੜੀ ਹੈ? ਜੇ ਗੱਲ ਕਰੀਏ ਤੇ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਉਦਘਾਟਨ ਕੀਤਾ ਜਾਂਦਾ ਤੇ ਪਰ ਕੈਪਟਨ ਸਰਕਾਰ ਜੀ ਆ ਜਾਂਦੀ ਹੈ ਤੇ ਅੱਜ ਤੱਕ ਜਿਹੜਾ ਖੰਡਰ ਬਣਦੀ ਪਈ ਹੈ।
ਵੇਖੋ ਜੀ, ਹੋ ਸਕਦਾ ਕਿ ਸਰਕਾਰਾਂ ਦੀ ਬਲੀ ਹੋਵੇ, ਕਿਉਂਕਿ ਸਾਨੂੰ ਤਾਂ ਇਹੋ ਹੀ ਹੈ ਕਿ ਜਦੋਂ ਕੰਪਲੀਟ ਹੋ ਕੇ ਲੋਕਾਂ ਨੂੰ ਦਿੱਤੀ ਜਾਵੇ, ਕਿਉਂਕਿ ਲੋਕੀ ਇਸ ਬਿਲਡਿੰਗ ਦਾ ਜਾਂ ਫੈਸਿਲਿਟੀਆਂ ਜਿਹੜੀਆਂ ਉਹਨਾਂ ਦਾ ਆਨੰਦ ਮਾਣ ਸਕਣ। ਤੁਹਾਡੇ ਨਾਲ ਹੀ ਜੁਡੀਸ਼ੀਅਲ ਕੰਪਲੈਕਸ ਹੈ ਜੀ, ਵੇਖ ਸਕਦੇ ਜੇ ਕਿੰਨਾ ਵਧੀਆ ਬਣਿਆ ਵਾ। ਉਹ ਵੀ ਉਸ ਟਾਈਮ ਸੁਖਬੀਰ ਸਿੰਘ ਬਾਦਲ ਜੀ ਨੇ ਉਦਘਾਟਨ ਕੀਤਾ ਸੀ, ਇਹ ਪਰ ਪਹਿਲਾਂ ਹੋਣ ਕਰਕੇ ਪਹਿਲਾਂ ਕੰਪਲੀਟ ਹੋ ਗਿਆ ਜੀ। ਪਰ ਇਹ ਤਹਿਸੀਲ ਕੰਪਲੈਕਸ ਜਿਹੜਾ ਸੀ ਥੋੜਾ ਲੇਟ ਹੋਣ, ਉਦਘਾਟਨ 2016 'ਚ ਹੋਣ ਕਰਕੇ 2-3 ਸਾਲ ਦਾ ਸਮਾਂ ਤੇ ਚਾਹੀਦਾ ਸੀ। ਜੇ 3 ਸਾਲ ਵੀ ਸਮਾਂ ਹੁੰਦਾ, ਹੋ ਸਕਦਾ ਕਿ ਲੋਕਾਂ ਨੂੰ ਸਪੁਰਦ ਕੀਤਾ ਜਾਂਦਾ ਜੀ ਹੁਣ ਤੱਕ। ਕੀ ਮੰਗ ਕਰਦੇ ਹੋ ਸਰਕਾਰ ਕੋਲੋਂ? ਅੱਜ ਦੀ ਮੌਜੂਦਾ ਸਰਕਾਰ, ਪੰਜਾਬ ਸਰਕਾਰ ਦਾ ਲਾਸਟ ਸੈਸ਼ਨ ਚੱਲਣ ਡਿਆ, ਸਾਲ ਇੱਕ ਰਹਿ ਗਿਆ ਵਾ। ਕੀ ਮੰਗ ਕਰਦੇ ਹੋ ਸਰਕਾਰ ਦਾ ਕਿ ਸਾਲ ਦੇ ਵਿੱਚ ਪ੍ਰਾਪਤੀਆਂ ਕਰ ਸਕਦੀ ਸਰਕਾਰ ਇਹ ਜਿਹੜਾ ਕੰਪਲੀਟ ਕਰਕੇ ਸਾਰੇ ਕੰਮ? ਮੈਂ ਤਾਂ ਇਹੋ ਹੀ ਮੰਗ ਕਰਦਾ ਜੀ ਕਿ ਜਿੰਨੀ ਜਲਦੀ ਹੋ ਸਕੇ ਇਹਨੂੰ ਕੰਪਲੀਟ ਕਰਕੇ ਲੋਕਾਂ ਨੂੰ ਦਿੱਤੀ ਜਾਵੇ, ਕਿਉਂਕਿ ਉਨੇ ਚਿਰ ਇਹ ਨਾ ਹੋਵੇ ਕਿ ਬਿਲਡਿੰਗ ਹੀ ਖੰਡਰ ਹੋ ਜਾਵੇ, ਫਿਰ ਲੋਕਾਂ ਦੀ ਯੂਜ਼ ਵੀ ਨਾ ਹੋ ਸਕੇ। ਮੈਂ ਤਾਂ ਇਹੋ ਹੀ ਕਹਿਣਾ ਚਾਹੁੰਦਾ ਕਿ ਜਿੰਨੀ ਜਲਦੀ ਹੋ ਸਕਦਾ ਇਹਨੂੰ ਕੰਪਲੀਟ ਕਰਕੇ ਲੋਕਾਂ ਨੂੰ ਦਿੱਤੀ ਜਾਵੇ। ਲੋਕੀ ਆਪਣਾ ਇੱਥੇ ਆਣ ਕੇ ਫੈਸਿਲਿਟੀਆਂ ਕਰਨ, ਇੱਕ ਛੱਤ ਥੱਲੇ ਆਣ ਕੇ ਜੁਡੀਸ਼ੀਅਲ ਕੰਪਲੈਕਸ ਜਾਂ ਤਹਿਸੀਲ ਕੰਪਲੈਕਸ ਦਾ ਕੰਮ ਆ, ਉਹ ਇੱਕ ਛੱਤ ਥੱਲੇ ਆਣ ਕੇ ਪੂਰਨ ਤੌਰ ਤੇ ਆਪਣਾ ਕੰਮ ਕਰ ਸਕਣ। ਅਸੀਂ ਗੱਲ ਕਰਾਂਗੇ ਹੋਰ ਵੀ ਜਨਤਕ ਲੋਕਾਂ ਨਾਲ ਤੇ ਉਹਨਾਂ ਦਾ ਪੁੱਛਾਂਗੇ ਕੀ ਰੁਝਾਨ ਆ ਤੇ ਕੀ ਕਹਿਣਾ ਹੈ ਇਸ ਬਿਲਡਿੰਗ ਨੂੰ ਲੈ ਕੇ। ਤੱਕ ਲੋਕ ਵੀ ਹੈਗੇ ਨੇ ਜਿਹੜੇ ਕਿ ਇਸ ਚੀਜ਼ ਤੋਂ ਸਫਰ ਕਰਦੇ ਨੇ ਰੋਜ਼, ਕਿ ਤਹਿਸੀਲ ਕੰਪਲੈਕਸ ਤੋਂ ਜਿਹੜਾ ਉਹਨਾਂ ਨੂੰ ਅਜਨਾਲੇ ਜਾਣਾ ਪੈਂਦਾ ਆ ਤੇ ਅਜਨਾਲੇ ਤੋਂ ਫਿਰ ਕੋਰਟ ਕੰਪਲੈਕਸ ਆਉਣਾ ਪੈਂਦਾ। ਸਾਡੇ ਨਾਲ ਇੱਥੇ ਹੈਗੇ ਨੇ ਭਾਈ ਸਾਂਝੀ। ਵਾਹਿਗੁਰੂ ਜੀ, ਕਿੱਦਾਂ ਵੇਖਦੇ ਹੋ ਤੁਸੀਂ ਅੱਜ ਜਿਹੜਾ ਇਹ ਕੰਪਲੈਕਸ ਬਣਿਆ ਪਰ ਖੰਡਰ ਦਾ ਰੂਪ ਧਾਰਨ ਕਰਦਾ ਪਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬਾਬਾ ਜੋਗਾ ਸਿੰਘ ਮਹਿਲ ਵਿਖਾਰੀ। ਇਹ ਜੀ ਸਾਡੇ ਲਾਗੇ 2007 ਤੋਂ ਇਹ ਪ੍ਰੋਜੈਕਟ ਚੱਲ ਰਿਹਾ ਜੀ, ਇਹ ਕਚਹਿਰੀ ਦਾ। ਇੱਥੇ ਅਸੀਂ ਆਉਂਦੇ ਜਾਂਦੇ ਰਹਿੰਦੇ ਹਾਂ, ਅਪ ਡਾਊਨ ਕਰਦੇ ਰਹਿੰਦੇ ਹਾਂ। ਅਤੇ 2007 ਤੋਂ ਬਾਅਦ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਸੀ ਨੀਂਹ ਪੱਥਰ ਜੀ ਇਹਨਾਂ ਦਾ। ਅਤੇ ਇਹ ਤਾਂ ਨੀਂਹ ਪੱਥਰ ਤੁਸੀਂ ਵੇਖ ਕੇ ਆਏ ਜੋ, ਮੇਰੇ ਖਿਆਲ ਲੋਕ ਹੀ ਗਿਆ ਵਿੱਚ। ਅਤੇ ਇੱਕ ਤਾਂ ਸਰਕਾਰ ਵਾਅਦੇ ਕਰਦੀ ਆ, ਆਪਣਾ ਕੈਪਟਨ ਸਰਕਾਰ ਜਦੋਂ ਆਏ ਆ, ਮੁੱਖ ਮੰਤਰੀ ਸਾਹਿਬ ਨੇ ਬੜੇ ਵਾਅਦੇ ਕੀਤੇ ਵੀ ਇੱਕੇ ਛੱਤ ਥੱਲੇ ਸਭ ਕੁਝ ਕਰਾਂਗੇ, ATM ਲਾ ਕੇ ਦੇਵਾਂਗੇ, ਤਾਂ ਆਪਣਾ ਕਿਤੇ ਗਾਹ ਨਹੀਂ ਜਾਣਾ ਪਊਗਾ, ਦਫ਼ਤਰ ਸਾਰੇ ਇੱਥੇ ਹੀ ਖੋਲਾਂਗੇ, ਸਾਰੀ ਕਾਰਵਾਈ। ਆਹ ਹੁਣ ਸਾਡੇ ਲਾਗੇ ਕੋਰਟ ਕੰਪਲੈਕਸ ਆ, ਇਹਨੂੰ ਚੱਲੀ ਨੂੰ ਮੇਰੇ ਹਿਸਾਬ ਨਾਲ 6-7 ਸਾਲ ਹੋ ਗਏ ਆ, ਬਣ ਗਈ ਆ ਜੀ। ਚਲੋ ਉਹ ਆਪਣਾ ਜੱਜਾਂ ਦੇ ਤਾਂ ਕਰਕੇ ਬਣ ਗਈ, ਲਾ ਲਓ ਤੁਸੀਂ, ਵੱਖਰਾ ਮਹਿਕਮਾ। ਇਹ ਜਿਹੜੀ ਪੰਜਾਬ ਗੌਰਮੈਂਟ ਆ, ਇਹਨਾਂ ਤੋਂ ਕੁਝ ਕੀਤਾ ਨਹੀਂ। ਆ ਵੇਖ ਲਓ, ਖੰਡਰ ਦਾ ਰੂਪ ਧਾਰਤਾ ਸਰਕਾਰ ਦੇ। ਲੋਕਾਂ ਦੇ ਪੈਸੇ ਟੈਕਸ ਲਾ ਕੇ ਪੈਟਰੋਲ ਵਧਾਤਾ, ਡੀਜ਼ਲ ਵਧਾਤਾ, ਫਲਾਣਾ ਟੈਕਸ ਲਾਤਾ, ਹੈ ਨਾ ਜੀ, ਚੁੱਲ੍ਹਾ ਟੈਕਸ ਲਾਤਾ, ਮਾਮਲੇ। ਅਤੇ ਕੋਈ ਸਾਨੂੰ ਬਣਾ ਕੇ ਵੀ ਦਿਓ। ਆ ਅਜਨਾਲੇ ਤਹਿਸੀਲ ਵੱਲ ਧਿਆਨ ਦੇ, ਤੁਸੀਂ ਸੜਕ ਵੇਖੋ ਤਾਂ ਖੰਡਰ ਬਣ ਗਈ ਆ। ਸਭ ਤੋਂ ਜ਼ਿਆਦਾ ਵੋਟ ਪਿੰਡ ਤਹਿਸੀਲ ਅਜਨਾਲੇ ਦੇ ਆ ਜੀ, ਸਭ ਤੋਂ ਤਹਿਸੀਲ ਵੱਡੀ ਆ, ਹੈ ਨਾ ਜੀ। ਕੁਝ ਹੁਣ ਤੋੜ ਕੇ ਇੱਧਰ ਚਗਾਵੇਂ ਵਾਲੇ। ਆਹ ਵੇਖ ਲਓ ਤੁਸੀਂ ਕੀ ਬਣਾਇਆ ਇੱਥੇ। ਲੋਕ ਪਹਿਲੋਂ ਤਰੀਕ ਭੁਗਤਦੇ ਵਿਚਾਰੇ ਇੱਥੇ। ਜੇ ਕਿਸੇ ਦੀ ਰਜਿਸਟਰੀ ਦੀ ਗਵਾਹੀ ਕਿਸੇ ਮੈਂਬਰ ਸਰਪੰਚ ਨੇ ਨਾਲ ਆਉਣਾ ਹੁੰਦਾ ਜੀ, ਉਹ ਫੇਰ ਵਿਚਾਰਾ ਮੋਟਰਸਾਈਕਲ ਰਕਸ਼ੇ ਕਰਕੇ, ਬਜ਼ੁਰਗ ਮਾਤਾਵਾਂ ਬਜ਼ੁਰਗ ਇੱਥੋਂ ਫੇਰ ਵਿਚਾਰੇ ਕਿਲੋਮੀਟਰ ਤੇ ਉੱਥੇ ਜਾਂਦੇ, ਉੱਥੋਂ ਇੱਥੇ ਆਉਂਦੇ ਜੋ। ਆਹ ਸਰਕਾਰ ਸਾਨੂੰ ਸਹੂਲਤਾਂ ਦੇਣ ਡਈ ਜੋ। ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਤੁਸੀਂ ਇਸ ਹਾਲਤ ਨੂੰ ਲੈ ਕੇ? ਸਰਕਾਰ ਕੋਲ ਮੰਗ ਇਹੋ ਕਰਦੇ ਜੀ, ਜਲਦੀ ਤੋਂ ਜਲਦੀ ਇਹਦੇ ਵੱਲ ਧਿਆਨ। ਕੈਪਟਨ ਸਾਹਿਬ, ਮੈਂ MLA ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਣੀ ਤਹਿਸੀਲ ਦਾ ਇੱਧਰ ਧਿਆਨ ਜਿਹੜਾ ਤੁਹਾਨੂੰ ਦਿੱਤਾ ਜਾਵੇ। ਆਣ ਕੇ ਵੇਖੋ ਵੀ ਕੀ ਬਣਿਆ। ਖੰਡਰ ਅਕਵਾਇਰ ਕਰਕੇ ਜ਼ਮੀਨ ਆ ਲੋਕਾਂ ਦੀ, ਚਲੋ ਤੁਸੀਂ ਬਣਾਉਣ ਨੂੰ ਲੋਕਾਂ ਕੋਲ ਵੀ ਖੋਲੀ ਜ਼ਮੀਨ, ਤੇ ਬਣਾਇਆ ਵੀ ਕੱਖ ਨਹੀਂ। ਵਿੱਚ ਸਫੈਦੇ ਹੋਣ ਡੇ, ਗੰਦ ਪਿਆ ਇੱਥੇ। ਰੱਬ ਨਾ ਕਰੇ ਕਿਹੜਾ ਕੋਈ ਚੌਂਕੀਦਾਰ ਰਾਤ ਨੂੰ ਕਿਸੇ, ਜਿਸ ਤਰ੍ਹਾਂ ਹੁਣ ਰੇਪ ਰੂਪ ਚੱਲਦੇ ਆ ਜੀ, ਕੋਈ ਕੁੜੀ ਇੱਥੇ ਕੋਈ ਕਿਸੇ ਦਾ ਰੇਪ ਹੋ ਜੇ, ਕੋਈ ਗਲਤ ਕਾਰਵਾਈ ਹੋ ਜੇ, ਫਿਰ ਦੱਸੋ ਕੌਣ ਜ਼ਿੰਮੇਵਾਰ? ਇੱਥੇ ਲੋਕੀ ਬਹਿ ਕੇ ਸਮੈਕਾਂ ਪੀਂਦੇ ਫਿਰਦੇ ਆ ਅੰਦਰਾਂ 'ਚ ਵੜ ਕੇ। ਇਹ ਸਮੈਕਾਂ ਪੀਣ ਵਾਸਤੇ ਸਰਕਾਰ ਨੇ ਇੰਨੇ ਪੈਸੇ ਲਾ ਕੇ ਆ ਬਣਾਤਾ ਖੰਡਰ। ਆ ਸਪੈਦੇ ਹੋਏ ਜੋ ਗੰਦ ਹੋਇਆ। ਅਸੀਂ ਚਾਹੁੰਦੇ ਆ ਸਰਕਾਰ ਤੇ ਵੈਸੇ ਇੱਕ ਸਾਰ ਰਹਿ ਗਿਆ ਆ, ਤੇ ਜਿਹੜੀਆਂ ਤੁਸੀਂ ਆਪਣੀਆਂ ਕੈਪਟਨ ਸਾਹਿਬ ਆਪਣਾ ਗਣਾਉਣ ਡੇ ਸੀ ਇੱਕ ਦਿਨ ਵੀ ਅਸੀਂ ਆਹ ਕਰਤਾ ਆਹ ਕਰਤਾ, ਆਹ ਸਾਡੀ ਤਹਿਸੀਲ ਅਜਨਾਲੇ ਦੇ ਵਿੱਚ ਮੈਨੂੰ ਦੱਸੋ ਨਾ ਕੀ ਕਰਤਾ, ਇੱਥੇ ਕੀ ਬਣਾਇਆ ਜੀ? ਆਹ ਇੱਕ ਤਹਿਸੀਲ ਜਿਹੜਾ ਤੁਹਾਡਾ ਸਰਕਾਰ ਦਾ ਰਜਿਸਟਰੀਆਂ ਹੋਣੀਆਂ, ਤੁਹਾਨੂੰ ਹੀ ਖਰਚਾ ਜਾਣਾ ਇਹਦਾ। ਸਾਡੇ ਤੇ ਬੋਝ ਪਾ ਕੇ ਸਟਾਮ ਮਹਿੰਗੇ ਹੋ ਗਏ ਆ, ਇਹ ਤੁਹਾਨੂੰ ਘਰ ਪੈਸੇ ਜਾਣੇ ਸਰਕਾਰ ਦੇ ਖਜ਼ਾਨੇ 'ਚ ਜਾਣੇ, ਸਾਡੇ ਥੋੜ੍ਹਾ ਆਉਣੇ ਆ ਜੀ। ਤੁਸੀਂ ਆਪਣਾ ਕੰਮ ਨਹੀਂ ਕਰਨੇ ਤੇ ਦੁਨੀਆ ਨੂੰ ਕੀ ਦਿਓਗੇ ਦੱਸੋ? ਲੋਕਾਂ ਨੂੰ ਕੀ ਦਿਓਗੇ? ਹੋਰ ਦੱਸੋ ਸਹੂਲਤਾਂ ਤੁਸੀਂ? ਬਸ ਇੱਕੋ ਕੰਮ ਰੱਖਿਆ ਜੀ, ਆਟਾ ਘਲਤਾ, ਦਾਲ ਘਲਤੀ, ਫਲਾਣੀ ਸਰਕਾਰ ਆ ਗਈ ਉਹਨੇ ਆਪਣੀ ਫੋਟੋ ਲਾਤੀ, ਦੂਜੀ ਆ ਗਈ ਉਹਨੇ ਫੋਟੋ ਲਾਤੀ। ਆਹ ਕੰਮ ਜੋ ਜੇ ਆ ਕਾਰਡ ਨੀਲੇ ਬਣਦੇ ਆ ਜੀ, ਲੋਕਾਂ ਨੂੰ ਤੁਸੀਂ ਉੱਥੇ ਸਟੇਡਾਂ ਲਾ ਕੇ ਤੇ ਬਦਨਾਮ ਕਰਦੇ ਫਿਰਦੇ ਵੀ ਆ 2 ਰੁਪਏ ਕਿਲੋ ਆਟਾ ਲੈਣ ਡੇ, 2 ਰੁਪਏ ਕਿਲੋ ਕਣਕ ਲੈਣ ਡੇ। ਇਹ ਵਿਸ਼ਾ ਨਹੀਂ ਹੈਗਾ ਜੀ, ਸਾਡਾ ਵਿਸ਼ਾ ਹੈਗਾ ਜੀ ਇਸ ਵੇਲੇ ਕਚਹਿਰੀ ਦਾ। ਅਸੀਂ ਸਾਡੇ ਨਾਲ ਭਾਈ ਸਾਹਿਬ ਹੋਰ ਵੀ ਹੈਗੇ ਨੇ। ਹਾਂਜੀ ਭਾਈ ਸਾਹਿਬ, ਕਿੱਦਾਂ ਵੇਖਦੇ ਹੋ ਤੁਸੀਂ ਜਿਹੜੀ ਇੱਥੇ ਕਚਹਿਰੀ ਦਾ ਜਿਹੜੀ ਖੰਡਰ ਬਣਦੀ ਪਈ ਆ? ਕਰੋੜਾਂ ਰੁਪਈਆਂ ਦੀ ਪ੍ਰਾਪਰਟੀ ਲੱਗੀ ਆ। ਇੱਕ ਕਿਸਾਨਾਂ ਵਾਸਤੇ, ਆਮ ਜਨਤਾ ਵਾਸਤੇ ਇੱਕ ਬਹੁਤ ਆਸਾਨੀ ਦਾ ਤਰੀਕਾ ਸੀ ਕਿ ਕੋਰਟ 'ਚੋਂ ਕੋਈ ਵੀ ਕੰਮ ਪੈਂਦਾ ਤੇ ਨਾਲ ਹੀ ਤਹਿਸੀਲ ਕੰਪਲੈਕਸ 'ਚੋਂ ਨਾਲ ਹੀ ਉਸੇ ਵੇਲੇ ਕੰਮ ਹੋ ਜਾਂਦਾ। ਬੜਾ ਮਾੜਾ ਹਾਲ ਆ ਜੀ, ਬਹੁਤ ਹੀ ਜ਼ਿਆਦਾ। ਕੋਈ ਵੀ ਕੰਮ ਪੈਂਦਾ ਵਾ ਤੇ ਪਹਿਲਾਂ ਤਾਂ ਇੱਥੇ ਕਚਹਿਰੀ ਆਈਦਾ, ਜੇ ਕੋਈ ਹੋਰ ਕੰਮ ਆ ਤਾਂ ਫਿਰ ਉਹ ਇੱਕ ਜਨਾਲੇ ਜਿਹੜੀ ਪੁਰਾਣੀ ਕਚਹਿਰੀ ਆ ਜੀ, ਉੱਥੇ ਜਾਣਾ ਪੈਂਦਾ ਵਾ। ਬਹੁਤ ਹੀ ਮਾੜਾ ਹਾਲ ਆ, ਮਤਲਬ ਚੱਕਰਾਂ 'ਚ ਹੀ ਰਹੀਦਾ ਵਾ। ਅੱਬਲ ਤੇ ਮਹਾਰਾਜ ਕੰਮ ਪਾਵੇ ਨਾ ਇਹੋ ਜਿਹਾ, ਜੇ ਪੈ ਜਾਂਦਾ ਤਾਂ ਬਸ ਚੱਕਰਾਂ 'ਚ ਹੀ ਰਹੀਦਾ ਜੀ। ਜਨਾਲੇ ਚੱਲ ਜਾਓ, ਇੱਥੇ 10 ਸਾਲ ਹੋ ਗਏ ਆ, ਬਸ ਖੰਡਰ ਤੁਹਾਡੇ ਸਾਹਮਣੇ ਤੁਹਾਨੂੰ ਦਿਖਣ ਡਿਆ ਬਣਿਆ ਪਿਆ ਜੀ।
ਤੇ ਬਹੁਤ ਹੀ ਮਾੜੀ ਹਾਲਤ ਹੈ, ਬਹੁਤ ਮਾੜੀ ਜੀ। ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਇਸ ਵੇਲੇ? ਮੌਜੂਦਾ ਸਰਕਾਰ ਦਾ ਵੀ ਜਿਹੜਾ ਗੱਲ ਕਰੀਏ ਤੇ ਲਾਸਟ ਸੈਸ਼ਨ ਚੱਲਣ ਡਿਆ ਵਾ, ਸਾਲ ਰਹਿ ਗਿਆ ਵਾ ਇਲੈਕਸ਼ਨ ਆਉਣ 'ਚ, ਕਿੱਦਾਂ ਕੀ ਮੰਗ ਕਰਦੇ ਹੋ ਸਰਕਾਰ ਕੋਲ? ਸਰਕਾਰ ਕੋਈ ਇਹੋ ਹੀ ਮੰਗਿਆ ਜੀ, ਜੇ ਤੇ ਸਰਕਾਰ ਨੇ ਕੋਈ ਲੱਗਦਾ ਉਹਨਾਂ ਨੂੰ ਚੰਗਾ ਵੀ ਇੱਕੇ ਥਾਂ ਕੋਈ ਕੰਮ ਹੋਵੇ ਤੇ ਸਰਕਾਰ ਇਹਨੂੰ ਕੰਪਲੀਟ ਕਰਕੇ ਤੇ ਕੰਮ ਕਰੇ, ਬਸ ਇਹੋ ਹੀ ਮੰਗਿਆ ਜੀ। ਬਾਕੀ ਸਰਕਾਰ ਦਾ ਤੁਹਾਨੂੰ ਵੀ ਪਤਾ ਹੀ ਆ ਕੀ ਚੱਲਣ ਦਿਆ ਵਿਸ਼ਾ ਕੀ ਨਹੀਂ ਜੀ। ਠੀਕ ਹੈ, ਤੁਸੀਂ ਵੇਖ ਰਹੇ ਹੋ ਕਿ ਲੋਕਾਂ ਦੇ ਵਿੱਚ ਇਹੀ ਮੰਗ ਆ, ਡਿਮਾਂਡ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਤਹਿਸੀਲ ਕੰਪਲੈਕਸ ਬੰਦ ਪਿਆ ਇਸ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ, ਕਿ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਅਤੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਪੂਰੇ ਹੋਣ। ਕਿਉਂਕਿ ਲੋਕਾਂ ਨੂੰ ਇਹੀ ਗੱਲ ਕਿਹਾ ਜਾਂਦਾ ਕਿ ਇੱਕ ਛੱਤ ਥੱਲੇ ਸਾਰੇ ਡਿਪਾਰਟਮੈਂਟ ਆਉਣਗੇ, ਜੇ ਕੋਰਟ ਦਾ ਕੰਮ ਹੈ ਤਾਂ ਉਹ ਵੀ ਇੱਕ ਛੱਤ ਥੱਲੇ ਹੋਏਗਾ, ਜੇ ਤਹਿਸੀਲ ਕੰਪਲੈਕਸ ਦਾ ਤਾਂ ਉਹ ਵੀ ਇੱਕ ਛੱਤ ਥੱਲੇ ਹੋਏਗਾ, ਪਰ ਇੱਕ ਛੱਤ ਜਿਹੜੀ ਬਣ ਕੇ ਤਿਆਰ ਆ, ਪਰ ਇੱਕ ਛੱਤ ਨੂੰ ਵਸਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ, ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਪਰ ਹੁਣ ਵੇਖਣਾ ਪਏਗਾ ਕਿ ਸਰਕਾਰ ਇਹਨਾਂ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਕਿੱਦਾਂ ਦੇ ਫੈਸਲੇ ਲੈਂਦੀ ਆ। ਤੁਸੀਂ ਜੁੜੇ ਰਹੋ ਇਦਾਂ ਹੀ ਪ੍ਰਾਈਮ ਮੁੱਦੇ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ ਅਜੇ ਦੇ ਨਾਲ ਤੋਂ ਜਗਜੀਤ ਸਿੰਘ ਦੀ ਰਿਪੋਰਟ।